ਸਿੱਖ ਚੈਨਲ ਦੇਖ ਰਹੀ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਪ੍ਰੋਗਰਾਮ ਕਰੰਟ ਅਫੇਅਰ ਲੈ ਕੇ ਹਾਜ਼ਰ ਹਾਂ। ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉੱਤੇ ਹੋਵੇਗੀ ਚਰਚਾ ਤੇ ਮੇਰਾ ਸਾਥ ਦੇਣਗੇ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਜੀ ਪੱਟੀ। ਸੋ ਉਹਨਾਂ ਨਾਲ ਪਾਉਂਦੇ ਹਾਂ ਫਤਿਹ ਦੀ ਸਾਂਝ ਤੇ ਪ੍ਰੋਗਰਾਮ ਦੀ ਕਰਦੇ ਹਾਂ ਸ਼ੁਰੂਆਤ। ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪੱਟੀ ਸਾਹਿਬ, ਸਭ ਤੋਂ ਪਹਿਲਾਂ ਨਾਗਰਿਕਤਾ ਸੋਧ ਬਿੱਲ ਜਿਹੜਾ ਆ ਉਸ ਨੂੰ ਲੈ ਕੇ ਬੜਾ ਰੌਲਾ ਜਿਹੜਾ ਆ ਉਹ ਭਾਰਤ ਭਰ ਦੇ ਵਿੱਚ ਪਿਆ ਹੋਇਆ ਆ, ਜਿਹੜਾ ਲੋਕ ਸਭਾ ਤੇ ਰਾਜ ਸਭਾ ਦੋਵਾਂ ਦੇ ਵਿੱਚੋਂ ਪਾਸ ਹੋ ਗਿਆ ਆ। ਰਾਸ਼ਟਰਪਤੀ ਦੇ ਸਾਈਨ ਜਿਹੜੇ ਆ ਉਹ ਬਸ ਉਹਦੇ ਉੱਤੇ ਹੋਣ ਵਾਲੇ ਆ, ਪਰ ਜਿਸ ਤਰੀਕੇ ਨਾਲ ਵਿਰੋਧ ਹੋ ਰਿਹਾ ਆ, ਮੈਂ ਚਾਹੂੰਗਾ ਕਿ ਖੁੱਲ੍ਹ ਕੇ ਦਰਸ਼ਕਾਂ ਦੇ ਨਾਲ ਤੁਸੀਂ ਸਾਂਝ ਪਾਓ ਕਿ ਇਸ ਬਿੱਲ ਦੇ ਵਿੱਚ ਐਸਾ ਹੈ ਕੀ ਆ ਜਿਹਦੇ ਕਰਕੇ ਇਹਦਾ ਵਿਰੋਧ ਹੋ ਰਿਹਾ ਆ, ਪਰ ਕੁਝ ਲੋਕ ਜਿਹੜੇ ਇਸ ਤੋਂ ਖੁਸ਼ ਨਜ਼ਰ ਵੀ ਆ ਰਹੇ ਆ। ਜਿਹੜਾ ਨਾਗਰਿਕ ਸੋਧ ਬਿੱਲ ਜਿਹੜਾ ਜੀ, ਇਹ ਪਹਿਲੀ ਵਾਰੀ ਨਹੀਂ, ਪਹਿਲਾਂ ਵੀ ਕਈ ਵਾਰੀ ਪੇਸ਼ ਹੋ ਚੁੱਕਾ ਵਾ। ਨਾਗਰਿਕ ਸੋਧ ਬਿੱਲ ਇਸ ਕਰਕੇ ਲਿਆਉਣ ਦੀ ਲੋੜ ਪਈ ਵੀ ਜਿਹੜੇ ਸਾਡੇ ਦੂਸਰੀਆਂ ਕੰਟਰੀਜ਼ ਤੋਂ ਆ ਕੇ ਲੋਕ ਬੈਠੇ ਦੇ ਨਜਾਇਜ਼ ਤੌਰ 'ਤੇ ਸਾਡੀਆਂ ਸਟੇਟਾਂ ਦੇ ਵਿੱਚ, ਖਾਸ ਕਰਕੇ ਸਾਡੀਆਂ ਜਿਹੜੀਆਂ ਉੱਤਰ ਪੂਰਬੀ ਸਟੇਟਸ ਨੇ, ਮੇਘਾਲਿਆ ਲੈ ਲਓ, ਮਿਜ਼ੋਰਮ ਲੈ ਲਓ, ਅਰੁਣਾਚਲ ਪ੍ਰਦੇਸ਼ ਲੈ ਲਓ, ਇਹ ਸਾਰੀਆਂ ਸਟੇਟ ਜਿਹੜੀਆਂ ਉੱਥੇ ਆ ਕੇ ਸਾਡੇ ਕੀ ਬੰਗਲਾਦੇਸ਼ੀ ਆ ਕੇ ਬੈਠੇ ਹੋਏ ਨੇ। ਅਤੇ ਪਿੱਛੇ ਜੇ ਪਹਿਲਾਂ ਇਹ ਅੱਜ ਤੋਂ ਕੋਈ 30 ਸਾਲ ਪਹਿਲਾਂ ਵੀ ਇਹ ਮਾਮਲਾ ਉੱਠਿਆ ਸੀ ਅਤੇ ਲੋਕਾਂ ਨੇ ਬੜਾ ਵਿਰੋਧ ਕੀਤਾ ਸੀ ਵੀ ਇਹ ਇੱਥੇ ਕਿਉਂ, ਇਹਨਾਂ ਨੂੰ ਕੱਢੋ। ਉਸ ਟਾਈਮ ਦੇ ਉੱਤੇ ਜਿਹੜੀ ਹੈਗੀ ਸੀ ਆਲ ਇੰਡੀਆ ਅਸਾਮ ਵਿਦਿਆਰਥੀ ਯੂਨੀਅਨ, ਉਹਨੇ ਜਿਹੜੀ ਆਸੂ ਜਿਹਨੂੰ ਕਹਿੰਦੇ, ਉਹਨੇ ਵੀ ਬੜਾ ਮੋਰਚਾ ਲਾਇਆ ਸੀਗਾ ਵੀ ਇਹਨਾਂ ਨੂੰ ਕੱਢੋ ਇੱਥੋਂ, ਇਹ ਸਾਡਾ ਆ ਕੇ ਜਿਹੜਾ ਸਾਰਾ ਮਾਹੌਲ ਖਰਾਬ ਕਰਦੇ ਆ। ਲੇਕਿਨ ਇਹ ਕੱਜਦੇ ਨਹੀਂ। 1971 ਤੋਂ ਹੋਣੀ ਸ਼ੁਰੂ ਹੋਇਆ। 1971 ਦੇ ਵਿੱਚ ਜਦੋਂ ਪਾਕਿਸਤਾਨ ਆਰਮੀ ਉੱਥੇ ਜਿਹੜੀ ਮੁਸਲਿਮ ਬਹੁਤ ਪਰੇਸ਼ਾਨ ਕਰਦੀ ਸੀ, ਤਾਂ ਉਹ ਫਿਰ ਬਾਰਡਰ ਕ੍ਰਾਸ ਕਰਕੇ ਤੇ ਇਸ ਪਾਸੇ ਆ ਜਾਂਦੇ ਸੀਗੇ। ਉੱਥੇ ਕੋਸ ਹਿੱਸੇ 'ਤੇ ਅਸੀਂ ਫੈਂਸਿੰਗ ਕਰ ਚੁੱਕੇ ਹੋਣ, ਲੇਕਿਨ ਬਹੁਤ ਐਸੀ ਫੈਂਸਿੰਗ ਨਹੀਂ ਹੈਗੀ ਕਿਉਂਕਿ ਜੰਗਲ ਹੈਗਾ। ਅਤੇ ਜੰਗਲ ਦੇ ਰਸਤੇ ਜਿਹੜੇ ਅੱਜ ਵੀ ਉੱਥੋਂ ਜਿਹੜੇ ਪਾਕਿਸਤਾਨੀ ਆ ਰਹੇ ਨੇ ਸਾਡੇ ਵਾਲੇ ਪਾਸੇ, ਕਿ ਇੱਥੇ ਉਹਨਾਂ ਨੂੰ ਕੰਮ ਮਿਲ ਜਾਂਦਾ ਵਾ। ਅਤੇ ਨਾਗਰਿਕਤਾ ਸੋਧ ਬਿੱਲ ਬਾਰੇ ਜਿਹੜੇ ਸੀ, ਬੀਜੇਪੀ ਨੇ ਇੱਕ ਵਾਅਦਾ ਕੀਤਾ ਸੀ ਵੀ ਜਦੋਂ ਅਸੀਂ ਆਵਾਂਗੇ ਇਹ ਜਿਹੜੇ ਨਜਾਇਜ਼ ਬੈਠੇ ਇਹਨਾਂ ਨੂੰ ਦੇਸ਼ 'ਚੋਂ ਕੱਢਾਂਗੇ ਅਸੀਂ। ਉਹ ਕੱਢਣ ਕਰਕੇ ਤਾਂ ਨਾਗਰਿਕਤਾ ਸੋਧ ਬਿੱਲ ਪਾਸ ਕੀਤਾ ਵਾ, ਲੇਕਿਨ ਉਹਦੇ ਵਿੱਚ ਇੱਕ ਅਮੈਂਡਮੈਂਟ ਕੀਤੀ ਆ। ਅਮੈਂਡਮੈਂਟ ਇਹ ਆ ਵੀ ਜਿਹੜੇ ਸਿੱਖਾਂ ਨੂੰ ਉਹ ਕੇਸਾਤਰੀ ਹਿੰਦੂ ਮੰਨਦੇ ਬੀਜੇਪੀ ਵਾਲੇ, ਸਿੱਖ, ਹਿੰਦੂ, ਪਾਰਸੀ, ਈਸਾਈ, ਬੋਧੀ ਅਤੇ ਜੈਨੀ, ਉਹ ਕਹਿੰਦੇ ਇਹ ਜਿਹੜੇ ਵਿਅਕਤੀ ਨੇ ਇੱਥੇ ਰਹਿ ਸਕਦੇ ਨੇ, ਜਿਹੜੇ ਮੁਸਲਮਾਨ ਬਾਹਰੋਂ ਕਰਕੇ ਆਏ ਉਹ ਨਹੀਂ ਰਹਿ ਸਕਦੇ, ਕਿਉਂਕਿ ਉਹ ਕਹਿੰਦੇ ਇਹਨਾਂ ਦਾ ਕੋਈ ਟਿਕਾਣਾ ਹੋ ਰਿਹਾ ਨਹੀਂ। ਅਤੇ ਬਾਕੀ ਪਾਕਿਸਤਾਨ ਅਤੇ ਜਿਹੜਾ ਸਾਡਾ ਹੈਗਾ ਅਫਗਾਨਿਸਤਾਨ ਅਤੇ ਜਿਹੜਾ ਸਾਡਾ ਬੰਗਲਾਦੇਸ਼, ਉਹ ਮੁਸਲਿਮ ਕੰਟਰੀ ਹੈ ਅਤੇ ਮੁਸਲਿਮ ਆਪਣੀ ਕੰਟਰੀ ਜਾਣ ਵਾਪਸ। ਗੱਲ ਤਾਂ ਠੀਕ ਉਹਨਾਂ ਦੀ, ਲੇਕਿਨ ਉਹਦੇ ਵਿੱਚ ਨਾਲ ਇਹ ਆ ਜਿਹੜਾ ਹੁਣ ਇਸ ਵੇਲੇ ਸੋਧ ਬਿੱਲ ਕੀਤਾ ਗਿਆ, ਉਹਨਾਂ ਨੇ ਉਹਦੇ 'ਤੇ ਬਿਆਨ ਨਹੀਂ ਕੀਤਾ ਜਿਹੜੇ ਬੰਦੇ ਹਿੰਦੂ ਜਾਂ ਹੋਰ ਕੋਈ ਪਾਰਸੀ ਵਗੈਰਾ ਜਾਂ ਈਸਾਈ ਵਗੈਰਾ ਆਏ ਨੇ ਇੱਥੇ ਤਾਂ ਬੈਠੇ ਨੇ ਨਜਾਇਜ਼, ਉਹਨਾਂ ਨੂੰ ਕੱਢਣ ਦੀ ਗੱਲ ਨਹੀਂ ਕੀਤੀ। ਅਤੇ ਜਿਹੜੀ ਹੁਣ ਜੰਗ ਲੜ ਰਹੀ, ਜਿਹੜੀ ਉੱਥੇ ਅੱਗਾਂ ਲੱਗ ਰਹੀਆਂ, ਸਾੜ ਫੂਕ ਹੋਈ ਹੈ, ਜਿਹੜੀ ਹੜਤਾਲ ਹੋਈ ਹੈ, ਉਹਦਾ ਕਾਰਨ ਸਿਰਫ ਇਹੀ, ਉਹ ਕਹਿੰਦੇ ਵੀ ਇੱਕ ਨਹੀਂ, ਜਿੰਨੇ ਵੀ ਨਜਾਇਜ਼ ਆ ਕੇ ਬੈਠੇ ਭਾਵੇਂ ਕਿਸੇ ਵੀ ਧਰਮ ਦੇ ਕਿਉਂ ਨਾ ਹੋਣ, ਉਹਨਾਂ ਨੂੰ ਉੱਥੋਂ ਕੱਢਿਆ ਜਾਵੇ। ਅਤੇ ਉਹ ਜਿਹੜੀਆਂ ਸਾਡੀਆਂ ਪਰੰਪਰਾਗਤ ਜਿਹੜੀਆਂ ਹੈਗੀਆਂ, ਕੁਛ ਪਰੰਪਰਾਗਤ ਸਾਡੀਆਂ ਜਿਹੜੀਆਂ ਹੈਗੀਆਂ ਸਿਧਾਂਤ ਆ, ਕੁਝ ਹੋਰ ਆ, ਅਸੀਂ ਇਹਨਾਂ ਨੇ ਪਾਸ ਕਰਤਾ। ਇਹ ਕਹਿੰਦੇ ਨਹੀਂ ਜੀ ਹਿੰਦੂ ਰਹਿ ਸਕਦੇ ਨੇ, ਜਿਹੜੇ ਹਿੰਦੂ ਨੇ ਇੱਥੇ 5 ਸਾਲ ਬਿਤਾ ਲਏ ਉਹਨੂੰ ਅਸੀਂ ਸਿਟੀਜ਼ਨਸ਼ਿਪ ਦੇ ਦਿਆਂਗੇ, ਜਿਹੜੇ ਸਿੱਖ ਨੇ ਬਿਤਾ ਲਏ ਉਹਦੀ ਸਿਟੀਜ਼ਨ ਦੇ ਦਿਆਂਗੇ। ਕਿਉਂਕਿ ਬੰਗਲਾਦੇਸ਼ ਦੇ ਵਿੱਚ, ਪਾਕਿਸਤਾਨ ਦੇ ਵਿੱਚ ਅਤੇ ਅਫਗਾਨਿਸਤਾਨ 'ਚ ਸਿੱਖਾਂ ਦੀ ਹਾਲਤ ਬੜੀ ਮਾੜੀ ਸੀ, ਮੁਸਲਿਮਾਂ ਦੀ ਹਾਲਤ ਬੜੀ ਮਾੜੀ ਸੀ। ਜਦੋਂ 1947 ਦੀ ਵੰਡ ਹੋਈ ਸੀ, ਅਤੇ ਉਸ ਟਾਈਮ ਦੇ 'ਤੇ 16% ਦੀ ਜਿਹੜੀ ਸੀ ਮਾਈਨੋਰਟੀ ਸੀ ਪਾਕਿਸਤਾਨ ਦੇ ਵਿੱਚ, ਅੱਜ ਉਹ 3% ਰਹਿ ਗਈ ਆ। ਕੋਈ ਉੱਥੋਂ ਹਿਜਰਤ ਕਰ ਗਿਆ, ਕੋਈ ਉੱਥੋਂ ਆਪਣੇ ਧਰਮ ਚੇਂਜ ਕਰ ਗਿਆ, ਮੁਸਲਮਾਨ ਬਣ ਗਿਆ। ਜਿਹੜੇ ਪੁਰਾਣੇ 1947 ਦੇ ਵਿੱਚ ਜਿਹੜੇ ਅਮੀਰ ਸਿੱਖ ਸੀਗੇ, ਉਹ ਜਾਂ ਮੇਰੀ ਹਿੰਦੂ ਸੀ, ਉਹ ਵੀ ਮੁਸਲਮਾਨ ਬਣ ਗਏ ਸੀ ਉਦੋਂ। ਇਸ ਕਰਕੇ ਉਹ ਕਹਿੰਦੇ ਵੀ ਤੁਸੀਂ ਇਕੱਲੀ ਮੁਸਲਮਾਨ ਦੀ ਗੱਲ ਨਾ ਕਰੋ, ਜਿਹੜੇ ਵੀ ਵਿਦੇਸ਼ੀ ਆ ਕੇ ਬੈਠੇ ਭਾਵੇਂ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ, ਉਹ ਸਾਰੇ ਉਹਨਾਂ ਨੂੰ ਵਾਪਸ ਦੇਸ਼ ਭੇਜਿਆ ਜਾਵੇ। ਲੇਕਿਨ ਸਰਕਾਰ ਇਹ ਮਾਨਤਾ ਦੇਣ ਨੂੰ ਤਿਆਰ ਨਹੀਂ। ਲੇਕਿਨ ਸਰਕਾਰ ਇਹ ਗੱਲ ਕਹਿੰਦੀ ਵੀ ਇਹ ਕਾਨੂੰਨ ਉਹਨਾਂ ਸਟੇਟਾਂ 'ਚ ਲਾਗੂ ਨਹੀਂ ਹੋਵੇਗਾ। ਜੇ ਲਾਗੂ ਨਹੀਂ ਹੋਵੇ ਕਾਨੂੰਨ, ਹੋਣ ਦਾ ਫਾਇਦਾ ਕੀ? ਹਿਜਰਤ ਤੇ ਜਿਹੜੀ ਆ ਉਸ ਪਾਸੇ ਹੋਈ ਆ, ਲੋਕ ਉਸ ਪਾਸੇ ਆਏ ਨੇ। ਅਤੇ ਇਸ ਕਰਕੇ ਨਾਗਰਿਕ ਸੋਧ ਬਿੱਲ ਦਾ ਜਿਹੜਾ ਝਗੜਾ ਪਿਆ ਵਾ। ਲੇਕਿਨ ਨਾਗਰਿਕ ਸੋਧ ਬਿੱਲ ਦੇ ਵਿੱਚ ਸਿਰਫ ਇਹ ਜਿਹੜੀ ਬੀਜੇਪੀ ਵਾਲੇ ਨੇ, ਆਰਐਸ ਦੇ ਜਿਹੜੇ ਦੂਸਰੇ ਮੁਖੀ ਸੀ ਗੋਲਵਾਕਰ, ਉਹਨੂੰ ਇਹ ਆਪਣਾ ਸਵਾਮੀ ਮੰਨਦੇ ਆ। ਉਹਦੀਆਂ ਜਿਹੜੀਆਂ ਸਿੱਖਿਆਵਾਂ 'ਤੇ ਚੱਲਦੇ, ਜੋ ਉਹਨੇ ਆਪਣੀ ਕਿਤਾਬ ਲਿਖੀ ਸੀ ਬੰਚ ਆਫ ਥਾਟਸ ਵਿੱਚ ਉਹਨੇ ਕਿਹਾ ਸੀ ਵੀ ਹਿੰਦੁਸਤਾਨ ਦੇ ਵਿੱਚ ਸਿੱਖ, ਹਿੰਦੂ, ਬੋਧੀ ਅਤੇ ਜੈਨੀ ਰਹਿ ਸਕਦੇ ਆ ਇੰਡੀਪੈਂਡੈਂਟਲੀ, ਉਹ ਆਜ਼ਾਦੀ ਉਹਨਾਂ ਨੂੰ ਹੋਏਗੀ। ਜੇ ਈਸਾਈਆਂ ਅਤੇ ਮੁਸਲਮਾਨਾਂ ਰਹਿਣਾ ਤਾਂ ਉਹਨਾਂ ਨੂੰ 2 ਨੰਬਰ ਦੇ ਸ਼ਹਿਰੀ ਬਣ ਕੇ ਰਹਿਣਾ ਪਊਗਾ। ਉਸੇ ਪੈਟਰਨ 'ਤੇ ਬੀਜੇਪੀ ਚੱਲ ਰਹੀ ਆ। ਇਹ ਦੇਸ਼ ਦੇ ਹਿੱਤ 'ਚ ਚੰਗਾ ਨਹੀਂ ਗਾ। ਜਿਹੜੀ ਸਰਕਾਰ ਉਹ ਕਹਿੰਦੀ ਵੀ ਇਹਨੂੰ ਕਰੋਗੇ ਤੁਸੀਂ ਕੀ,
ਜੇ ਇਹਨਾਂ ਤੁਸੀਂ ਕੈਂਪਾਂ 'ਚ ਭੇਜੋਗੇ, ਰਿਫਿਊਜੀ ਕੈਂਪਾਂ 'ਚ ਭੇਜੋਗੇ, ਉੱਥੇ ਇਹ ਰਹਿਣਗੇ, ਇਹਨਾਂ ਦੀ ਰੋਟੀ ਵੀ ਫਰੀ, ਖਾਣਾ ਵੀ ਫਰੀ, ਬਿਜਲੀ ਵੀ ਫਰੀ, ਸਭ ਕੁਝ ਫਰੀ ਦਿਓਗੇ ਤੁਸੀਂ। ਤੇ ਉਹਨੂੰ ਬੈਟਰ ਨੇ ਜੇ ਬੈਠੇ ਤੇ ਉਹ ਆਪਣਾ ਕੰਮ ਕਰਦੇ ਆ, ਕਮਾਈ ਕਰਦੇ, ਖਾਈ ਜਾਣ ਤੇ ਕਰੀ ਜਾਣ ਦਿਓ ਉਹਨਾਂ ਨੂੰ। ਇਸੇ ਕਰਕੇ ਨਾਗਰਿਕ ਸੋਧ ਬਿੱਲ ਦੇ ਕਰਕੇ ਜਿਹੜਾ ਸੀ ਉੱਥੇ ਝਗੜਾ ਜ਼ਰੂਰ ਚੱਲ ਰਿਹਾ, ਲੇਕਿਨ ਉਹਨਾਂ ਦੀ ਮੰਗ ਇਹ ਨਹੀਂ ਵੀ ਇਕੱਲੇ ਮੁਸਲਮਾਨ ਕੱਢੋ। ਉਹ ਕਹਿੰਦੇ ਜਿਹੜਾ ਵੀ ਧਰਮ ਦਾ ਬੰਦਾ ਦੂਸਰਾ ਇੱਥੇ ਆਇਆ ਵਾ, ਜਿਹੜਾ ਵਿਦੇਸ਼ੀ ਇੱਥੇ ਆ ਕੇ ਬਿਠਾ, ਉਹਨੂੰ ਸਾਰਿਆਂ ਨੂੰ ਕੱਢੋ। ਭੱਟੀ ਸਾਹਿਬ, ਕੱਲ੍ਹ ਇੱਕ ਹੋਰ ਖਬਰ ਦੀ ਜੇ ਗੱਲ ਕਰਾਂ ਤਾਂ ਕੱਲ੍ਹ ਨੂੰ ਅਕਾਲੀ ਦਲ ਦੇ ਵੱਲੋਂ ਸਥਾਪਨਾ ਦਿਹਾੜਾ ਜਿਹੜਾ ਆ ਉਹ ਮਨਾਇਆ ਜਾ ਰਿਹਾ 99ਵਾਂ, ਅਤੇ ਇਹ ਅਕਾਲੀ ਦਲ ਟਕਸਾਲੀ ਵੱਖਰਾ ਮਨਾ ਰਹੇ ਆ, ਅਕਾਲੀ ਦਲ ਬਾਦਲ ਵੱਖਰਾ ਮਨਾ ਰਹੇ ਆ। ਕਿਵੇਂ ਦੇਖ ਰਹੇ ਹੋ ਇਸ ਚੀਜ਼ ਨੂੰ? ਸਿੱਖ ਪੰਥ ਦੀ ਕੈਪੀਟਲ ਮੰਨੀ ਗਈ ਜੀ ਅੰਮ੍ਰਿਤਸਰ। ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਦਫ਼ਤਰ ਸੀ ਅੰਮ੍ਰਿਤਸਰ ਹੁੰਦਾ ਸੀ, ਹੈੱਡਕੁਆਟਰ ਇੱਥੇ ਹੁੰਦਾ ਸੀ। ਜਦੋਂ ਦਾ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਬਣਿਆ, ਇਹਨਾਂ ਨੇ ਇਹਦਾ ਹੈੱਡਕੁਆਟਰ ਚੰਡੀਗੜ੍ਹ ਲੈ ਗਏ। ਕਿਸੇ ਵੇਲੇ ਇਹਦੀ ਜਿਹੜੀ ਕੈਸ਼ੀਅਰ ਸੀ ਬੀਬੀ ਸੁਰਿੰਦਰ ਕੌਰ ਬਾਦਲ ਹੁੰਦੀ ਸੀ, ਅੱਜ ਕੱਲ੍ਹ ਕੌਣ, ਕਿਸੇ ਨੂੰ ਕੋਈ ਜਾਣਕਾਰੀ ਨਹੀਂ, ਅਤੇ ਅੱਜ ਕੱਲ੍ਹ ਉਹ ਦਫ਼ਤਰ ਇੱਥੇ ਨਹੀਂ। ਅੱਜ ਤੋਂ 2 ਸਾਲ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਇੰਨੀ ਗੱਲ ਕਹੀ ਸੀ ਵੀ ਇੱਥੇ ਦਫ਼ਤਰ ਦੁਬਾਰਾ ਅਸੀਂ ਅਕਾਲੀ ਦਲ ਦਾ ਖੋਲ੍ਹਾਂਗੇ, ਲੇਕਿਨ ਖੋਲ੍ਹਿਆ ਅੱਜ ਤੱਕ ਨਹੀਂ। ਜਿਹੜੀ ਤੁਸੀਂ ਟਕਸਾਲੀਆਂ ਦੀ ਗੱਲ ਕੀਤੀ ਹੈ, ਬਾਕੀ ਅਕਾਲੀਆਂ ਦੀ ਗੱਲ ਕੀਤੀ ਹੈ, ਸਭ ਤੋਂ ਵੱਡੀ ਗੱਲ ਇਸ ਵੇਲੇ ਢੀਂਡਸਾ ਨੇ। ਸਰਦਾਰ ਸੁਖਦੇਵ ਸਿੰਘ ਢੀਂਡਸਾ ਕਿਸੇ ਵੇਲੇ ਜਿਹੜੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸੱਜੇ ਲੈਫਟੀਨੈਂਟ ਗਿਣੇ ਜਾਂਦੇ ਸੀਗੇ, ਸਰਦਾਰ ਬਲਵੰਦਰ ਸਿੰਘ ਭੂੰਦੜ ਜਿਹੜੇ ਖੱਬੇ ਲੈਫਟੀਨੈਂਟ ਗਿਣੇ ਜਾਂਦੇ ਸੀਗੇ। ਅਤੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਪਹਿਲੀ ਵਾਰੀ ਜੋ ਬਾਦਲਾਂ ਦੇ ਖਿਲਾਫ ਬਿਆਨ ਦਿੱਤਾ ਅਤੇ ਉਹਨਾਂ ਨੂੰ ਪਦਮ ਵਿਭੂਸ਼ਣ ਮਿਲ ਗਿਆ। ਅਤੇ ਜੇ ਹੁਣ ਕੋਈ ਨਵਾਂ ਅਕਾਲੀ ਦਲ ਸੁਰਜੀਤ ਕਰਨਗੇ ਤਾਂ ਉਮੀਦ ਹੈ ਵੀ ਸ਼ਾਇਦ ਸੈਂਟਰ 'ਚ ਮਨਿਸਟਰੀ ਵੀ ਉਹਨਾਂ ਨੂੰ ਮਿਲ ਜਾਵੇ। ਇਸ ਵੇਲੇ ਜਦੋਂ ਟਕਸਾਲੀ ਬਾਹਰ ਆਏ ਨੇ, ਟਕਸਾਲੀਆਂ ਦੇ ਜੀ ਆਏ ਰਣਜੀਤ ਸਿੰਘ ਬ੍ਰਹਮਪੁਰਾ, ਸਰਦਾਰ ਸੇਵਾ ਸਿੰਘ ਸੇਖਵਾਂ, ਡਾਕਟਰ ਰਤਨ ਸਿੰਘ ਨਾਲਾ, ਇਹ 3 ਬੰਦੇ ਬਾਹਰ ਆਏ ਸੀਗੇ। ਉਸ ਟਾਈਮ 'ਤੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਸੀ ਵੀ ਬ੍ਰਹਮਪੁਰਾ ਸਾਹਿਬ ਹੋਰੀ ਕਾਹਲੀ ਕਰ ਗਏ, ਕਾਹਲੀ ਨਹੀਂ ਕਰਨੀ ਚਾਹੀਦੀ ਸੀ ਉਹਨਾਂ ਨੂੰ। ਉਹਨਾਂ ਨੇ ਕਿਸ ਸੰਦਰਭ 'ਚ ਕਿਹਾ ਇਹ ਉਹੀ ਜਾਣਦੇ ਨੇ। ਲੇਕਿਨ ਟਕਸਾਲੀ ਜਦੋਂ ਆਏ ਸੀ ਇਹ ਤੀਸਰੇ ਗੇਅਰ 'ਚ ਕੰਮ ਕਰ ਰਹੇ ਸੀਗੇ। ਅੱਜ ਢੀਂਡਸਾ ਸਾਹਿਬ ਦੀ ਸਪੋਰਟ ਮਿਲਣਾ, ਇਹ ਟੌਪ ਗੇਅਰ ਚੱਲਦੇ ਆ। ਜੇ ਕੋਈ ਐਕਸੀਡੈਂਟ ਨਾ ਹੋ ਗਿਆ ਤਾਂ ਕੋਈ ਨਾ ਕੋਈ ਪ੍ਰਾਪਤੀ ਇਹ ਕਰ ਲੈਣਗੇ। ਢੀਂਡਸਾ ਸਾਹਿਬ ਜਿਹੜੇ ਆ ਉਹਨਾਂ ਨੇ ਕੱਲ੍ਹ ਇੱਕ ਜਿਹੜਾ ਵੱਖਰਾ ਸਥਾਪਨਾ ਦਿਵਸ ਮਨਾਉਣ ਦੀ ਗੱਲ ਕੀਤੀ ਆ। ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਮਨਾਏਗਾ, ਉਹ ਬਣਾਏਗਾ ਤੇਜਾ ਸਿੰਘ ਸਮੁੰਦਰੀਆਰ ਸ਼੍ਰੋਮਣੀ ਕਮੇਟੀ ਦੇ ਹੈੱਡਕੁਆਟਰ 'ਚ। ਅਤੇ ਜਿਹੜੇ ਇਹਨਾਂ ਨੇ ਮਨਾਉਣਾ, ਇਹ ਸ਼੍ਰੀ ਗੁਰੂ ਹਰਕ੍ਰਿਸ਼ਨ ਸਕੂਲ ਹੈਗਾ ਇੱਥੇ ਬਾਈਪਾਸ ਦੇ ਉੱਤੇ ਅੰਮ੍ਰਿਤਸਰ, ਅਤੇ ਉਹ ਮਜੀਠਾ ਰੋਡ ਦੇ ਉੱਤੇ, ਉਹ ਅਤੇ ਉੱਥੇ ਕਰਨਗੇ। ਉੱਥੇ ਇਹਨਾਂ ਇੱਕ ਹਾਲ ਲਿਆ ਵਾ, ਉਹਦੇ ਵਿੱਚ ਇਹਨਾਂ ਨੇ ਢੀਂਡਸਾ ਸਾਹਿਬ ਨੇ ਆਪ ਖੁਦ ਸਾਰਿਆਂ ਨੂੰ ਫੋਨ ਕਰਕੇ, ਜਿਹਦੇ ਵਿੱਚ ਤੁਸੀਂ ਰਵੀ ਇੰਦਰ ਸਿੰਘ ਹੋਰੀ ਹੈਗੇ ਨੇ ਅਕਾਲੀ ਦਲ 1920 ਦੇ, ਜਿਹੜੇ ਟਕਸਾਲੀ ਬ੍ਰਹਮਪੁਰਾ ਸਾਹਿਬ ਨੇ, ਫਿਰ ਬੈਂਸ ਭਰਾ ਨੇ ਲੋਕ ਇਨਸਾਫ ਪਾਰਟੀ ਵਾਲੇ, ਫਿਰ ਵੀਰ ਦਵਿੰਦਰ ਆ, ਫਿਰ ਤੁਸੀਂ ਲਾ ਲਓ ਕਰਨੈਲ ਸਿੰਘ ਪੀਰ ਮੁਹੰਮਦ ਆ, ਹਰਿੰਦਰ ਬੱਬੀ ਆ, ਉਹ ਆ ਹਰਿੰਦਰ ਸਿੰਘ ਬੱਬੀ ਜਿਹੜਾ ਮੋਹਾਲੀ ਵਾਲਾ, ਉਹ ਆ ਉਜਾਗਰ ਸਿੰਘ ਬਡਾਲੀ ਆ। ਇਹ ਸਾਰੇ ਇਕੱਠੇ ਹੋਣਗੇ। ਪਰਮਜੀਤ ਸਿੰਘ ਸਰਨਾ ਵਾ ਸ਼੍ਰੋਮਣੀ ਅਕਾਲੀ ਦਿੱਲੀ ਵਾਲੇ, ਮਨਜੀਤ ਸਿੰਘ ਜੀਕੇ ਆ। ਇਹਦੇ ਵਿੱਚ ਇਹਨਾਂ ਸੱਦਾ ਪੱਤਰ ਦਿੱਤਾ ਸੀ ਸੁਖਪਾਲ ਸਿੰਘ ਖਹਿਰਾ ਨੂੰ। ਸੁਖਪਾਲ ਸਿੰਘ ਖਹਿਰਾ ਨੂੰ ਸੱਦਾ ਪੱਤਰ ਦੇਣ ਤੋਂ ਬਾਅਦ ਉਹਨਾਂ ਦੇ ਘਰ ਕੋਈ ਫੰਕਸ਼ਨ, ਇਸ ਕਰਕੇ ਉਹ ਆ ਨਹੀਂ ਸਕਦੇ। ਅਤੇ ਬਾਕੀ ਇੱਥੇ ਇਕੱਠੇ ਹੋ ਕੇ ਕੱਲ੍ਹ ਰਣਨੀਤੀ ਤੈਅ ਕਰਨਗੇ ਵੀ ਸਾਨੂੰ ਪੰਥਕ ਪਰੰਪਰਾ ਅਨੁਸਾਰ ਜਿਹੜਾ ਅਕਾਲੀ ਦਲ ਕਿਵੇਂ ਸੁਰਜੀਤ ਕਰਨਾ। ਅਸੀਂ ਅਕਾਲੀ ਦਲ ਦੀ ਕੋਈ ਗਠਨ ਨਹੀਂ ਕੀਤਾ ਜਾਏਗਾ, ਲੇਕਿਨ ਜਦੋਂ ਤੱਕ ਮੇਰਾ ਉਮੀਦ ਕੋਈ ਕਮੇਟੀ ਬਣੇਗੀ, ਕਮੇਟੀ ਜਾ ਕੇ ਇਹ ਪ੍ਰਚਾਰ ਕਰੇਗੀ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਹੜੇ ਇਸ ਵੇਲੇ ਅਹਿਲਕਾਰ ਨੇ ਉਹ ਬੇਅਦਬੀ ਦੇ ਦੋਸ਼ੀ ਨੇ। ਲੇਕਿਨ ਇਹਦੇ ਵਿੱਚ ਜੇ ਇਹਦੇ ਕਿੰਨਾ ਕਾਮਯਾਬ ਹੁੰਦੇ ਇਹ ਤਾਂ ਭਵਿੱਖ ਦੀ ਬੁੱਕਲ ਦੇ ਵਿੱਚ ਛੁਪਿਆ ਵਾ। ਲੇਕਿਨ ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰ ਲਈਏ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਕੋਲ ਇੱਕ ਨੈਟਵਰਕ ਆ। ਉਹ ਨੈਟਵਰਕ ਦੇ ਵਿੱਚ ਹਰ ਪਿੰਡ ਦੇ ਵਿੱਚ, ਹਰ ਸਕੂਲ, ਹਰ ਕਸਬੇ ਦੇ ਵਿੱਚ, ਹਰ ਸ਼ਹਿਰ ਦੇ ਵਿੱਚ ਉਹਨਾਂ ਕੋਲ ਵਰਕਰ ਨੇ ਆਪਣੇ। ਇਸ ਕਰਕੇ ਉਹਨਾਂ ਦਾ ਪੱਲੜਾ ਅਜੇ ਵੀ ਭਾਰੀ ਆ। ਅਤੇ ਕੱਲ੍ਹ ਜਿਹੜੀ ਇਹਨਾਂ ਨੇ ਸਥਾਪਨਾ ਦਿਵਸ ਮਨਾਉਣ ਤੋਂ ਬਾਅਦ ਜੇ ਕਿਤੇ ਅੱਜ ਸਰਕਾਰ ਅਕਾਲੀ ਦਲ ਦੀ ਹੁੰਦੀ ਜਾਂ ਢੀਂਡਸਾ ਸਾਹਿਬ ਵੱਖਰੇ ਨਾ ਹੁੰਦੇ, ਟਕਸਾਲੀ ਵੱਖਰੇ ਨਾ ਹੁੰਦੇ, ਅਤੇ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਸੁਖਬੀਰ ਸਿੰਘ ਬਾਦਲ ਜਿਹੜਾ ਸੀ ਕਿਤੇ ਵੱਡੇ ਰਿਜ਼ੋਰਟ ਦੇ ਵਿੱਚ ਜਾਂ ਬਾਹਰ ਕਿਤੇ ਪੰਡਾਲ ਲਾ ਕੇ ਜਿਹੜਾ ਸੀ ਇਹ ਸਥਾਪਨਾ ਦਿਵਸ ਮਨਾਉਂਦੇ। ਕਿਉਂਕਿ 100ਵੇਂ ਸਾਲ 'ਚ ਪ੍ਰਵੇਸ਼ ਕਰਨਾ ਇਹਨਾਂ ਨੇ ਕਿਹਾ ਵੀ ਸੀਗਾ, ਜਦੋਂ 100ਵੇਂ ਸਾਲ 'ਚ ਪ੍ਰਵੇਸ਼ ਕਰਾਂਗੇ ਤਾਂ ਅਸੀਂ ਇੱਕ ਵੱਡਾ ਸਮਾਗਮ ਕਰਾਂਗੇ। ਲੇਕਿਨ ਅੱਜ ਉਹਨਾਂ ਨੂੰ ਛੋਟੇ ਜਿਹੇ ਹਾਲ ਦੇ ਵਿੱਚ ਜਿੱਥੇ 200-250-300 ਬੰਦਾ ਬੈਠਦਾ ਉੱਥੇ ਕਰਨਾ ਪੈ ਰਿਹਾ, ਸਿਰਫ ਇਸ ਕਰਕੇ ਵੀ ਜਿਹੜੇ ਬਾਕੀ ਜਿਹੜੇ ਲੀਡਰਸ਼ਿਪ ਵੱਖਰੇ ਹੋ ਗਏ ਨੇ। ਉਹਦੇ ਵਿੱਚ ਹੁਣ ਵੇਖੋ ਜਦੋਂ ਹੁਣ ਉਹਦੇ ਵਿੱਚ ਇਹਨਾਂ ਪ੍ਰਧਾਨਗੀ ਚੋਣ ਵੀ ਕਰਨੀ ਕੱਲ੍ਹ ਉੱਥੇ ਡੈਲੀਗੇਟ ਸਰਦਾਰ ਸੀ ਬੁਲਾਇਆ ਵਾ,
ਜਿੱਥੋਂ ਕਿ ਮੇਰੇ ਖਿਆਲ ਮੁਤਾਬਕ ਚੋਣ ਦੀ ਗੱਲ ਤੁਸੀਂ ਪੱਟੀ ਸਾਹਿਬ ਪ੍ਰਧਾਨਗੀ ਦੀ ਚੋਣ ਦੀ ਗੱਲ ਕੀਤੀ ਆ। ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਮੈਨੂੰ ਲੱਗਦਾ ਕਿ ਰੌਲਾ ਜਿਹੜਾ ਉਹ ਪਿਆ ਸੀਗਾ। ਸੁਖਦੇਵ ਸਿੰਘ ਢੀਂਡਸਾ ਜਿਹੜੇ ਆ ਉਹ ਇਸ ਚੀਜ਼ ਦੇ ਉੱਤੇ ਬਾਰ-ਬਾਰ ਇਹੀ ਗੱਲ ਕਰਦੇ ਆ ਕਿ ਸੁਖਬੀਰ ਬਾਦਲ ਨੂੰ ਪ੍ਰਧਾਨ ਜਿਹੜਾ ਬਣਾਉਣਾ, ਜਾਨੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਪੱਠਾ ਬਿਠਾਉਣਾ। ਸੋ ਫਿਰ ਜਿਹੜੀ ਕੱਲ੍ਹ ਹੁਣ ਇਲੈਕਸ਼ਨ ਹੋਣ ਜਾ ਰਹੀ ਆ ਪ੍ਰਧਾਨਗੀ ਦੀ, ਫਿਰ ਸੁਖਬੀਰ ਬਾਦਲ ਦੇ ਉੱਤੇ ਹੀ ਮੋਹਰ ਲੱਗੇਗੀ। ਵੇਖੋ, ਜਿਹੜੀ ਗੱਲ ਕਹਿੰਦੇ ਪੱਠਾ ਬਿਠਾਉਣ ਤੁਸੀਂ ਗੱਲ ਕੀਤੀ ਆ, 31 ਜੁਲਾਈ 2008 ਨੂੰ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਇਆ ਗਿਆ ਸੀ ਪਹਿਲੀ ਵਾਰੀ, ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹ ਬਹਾਨਾ ਲਾਇਆ ਸੀ ਵੀ ਮੇਰੀ ਹੁਣ ਸਿਹਤ ਆਗਿਆ ਨਹੀਂ ਦਿੰਦੀ ਵੀ ਅਕਾਲੀ ਦਲ ਦਾ ਐਡਾ ਵੱਡਾ ਕਾਰਜ ਭਾਰ ਚੁੱਕ ਸਕਾਂ, ਤੇ ਤੁਸੀਂ ਕੋਈ ਆਪਣਾ ਨਵਾਂ ਪ੍ਰਧਾਨ ਚੁਣ ਲਓ। ਤੇ ਪਹਿਲਾਂ ਬਣਾਈ ਪ੍ਰੋਗਰਾਮ ਦੇ ਮੁਤਾਬਕ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਉਹਨਾਂ ਦੇ ਨਾਂ ਦੀ ਪੇਸ਼ਕਸ਼ ਕੀਤੀ ਸੀ। ਸਰਦਾਰ ਸੁਖਦੇਵ ਸਿੰਘ ਢੀਂਡਸਾ ਉਹਦੀ ਤਾਇਦ ਕੀਤੀ ਸੀ। ਮਤਲਬ ਬਣਾਉਣ ਵਾਲਿਆਂ 'ਚ ਆਪ ਤੇ ਲਾਉਣ ਵਾਲਿਆਂ 'ਚ ਆਪ। ਉਹਨਾਂ ਦਾ ਇੱਕੋ ਹੀ ਆ ਵੀ ਉਹ ਕਹਿੰਦੇ ਵੀ 2 ਇਲੈਕਸ਼ਨਾਂ ਅਸੀਂ ਹਾਰ ਚੁੱਕੇ ਹਾਂ, ਅੱਜ ਸਾਡੇ ਪੱਲੇ ਕੁਛ ਅਕਾਲੀ ਦਲ ਦੇ ਹੈ ਨਹੀਂ। ਬੇਅਦਬੀ ਕਾਂਡ ਸਾਨੂੰ ਲੈ ਬੈਠਾ। ਬੇਅਦਬੀ ਕਾਂਡ ਅਸੀਂ ਕਾਂਗਰਸ ਨੂੰ ਭੰਡਦੇ ਸੀ, ਸਾਕਾ ਨੀਲਾਤਰਾ ਨੂੰ ਲੈ ਕੇ, ਬਲੂਸਟਰ ਆਪਰੇਸ਼ਨ ਨੂੰ ਲੈ ਕੇ। ਅੱਜ ਕਾਂਗਰਸ ਕੋਲ ਇੱਕ ਬਰਾਬਰ ਦਾ ਮੁੱਦਾ ਆ ਗਿਆ ਵੀ ਅਕਾਲੀਆਂ ਨੇ ਬੇਅਦਬੀ ਕੀਤੀ ਗੁਰੂ ਸਾਹਿਬ ਦੀ। ਇਸ ਕਰਕੇ ਜੇ ਮੈਂ ਇੰਨੀ ਗੱਲ ਕਹਿ ਲਵਾਂ ਵੀ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਦੀ ਗੱਲ ਕੋਈ ਵਿਰੋਧ ਕਰਨਾ ਤਾਂ ਹੋਣਾ ਕੋਈ ਨਹੀਂ। ਉੱਥੇ ਅੱਜ ਉਹਨਾਂ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ, ਉਹਦੇ ਵਿੱਚ ਲਗਭਗ ਪ੍ਰਵਾਨਗੀ ਆ। ਕੱਲ੍ਹ ਸੁਖਬੀਰ ਸਿੰਘ ਬਾਦਲ ਨੂੰ 468 ਡੈਲੀਗੇਟ ਪੰਜਾਬ ਦੇ, ਕੁਛ ਹਰਿਆਣੇ ਦੇ ਹੋਣਗੇ, ਕੁਛ ਦਿੱਲੀ ਦੇ ਹੋਣਗੇ, ਇੱਕ ਅੱਧਾ ਕੋਈ ਹਿਮਾਚਲ ਦਾ ਹੋਊਗਾ। ਉਹ ਆ ਕੇ ਜਿਹੜਾ ਅਸੀਂ ਸਰਬਸੰਮਤੀ ਨਾਲ ਬਾਦੇ ਸੋਨਹਾਲ ਤੇ ਸਤਿ ਸ੍ਰੀ ਅਕਾਲ ਕਰਕੇ ਜਿਹੜਾ ਅਸੀਂ ਪ੍ਰਧਾਨ ਬਣਾ ਦੇਣਗੇ। ਤੇ ਪ੍ਰਧਾਨ ਬਣਨ ਤੋਂ ਬਾਅਦ ਇਹ ਵੀ ਆਸ ਕੀਤੀ ਜਾ ਸਕਦੀ ਆ ਵੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਸ਼ਾਇਦ ਅਕਾਲੀ ਦਲ 'ਚੋਂ ਕੱਲ੍ਹ ਸਸਪੈਂਡ ਕੀਤਾ ਜਾਵੇ ਜਾਂ ਕੱਢਿਆ ਜਾਵੇ। ਜੇ ਹੁਣ ਨਾ ਕੀਤਾ ਤਾਂ ਪਹਿਲੀ ਕੋਰ ਕਮੇਟੀ ਦੀ ਮੀਟਿੰਗ 'ਚ ਇਹ ਫੈਸਲਾ ਲਿਆ ਜਾਵੇਗਾ। ਇਸ ਤਰ੍ਹਾਂ ਦੇ ਸਮੀਕਰਨ ਬਣ ਰਹੇ ਆ। ਲੇਕਿਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਸਿਰਫ ਜਿਹੜਾ ਵਾ ਉਹ ਇਕੱਲੇ ਆਪਣੇ ਲੈਵਲ 'ਤੇ ਨਹੀਂ ਕਰ ਰਹੇ। ਬੀਜੇਪੀ ਜਿਹੜੀ ਆ ਉਹ ਜਿਹੜਾ ਵੀ ਪ੍ਰੋਗਰਾਮ ਬਣਾਉਂਦੀ 5 ਸਾਲ ਪਹਿਲਾਂ ਸੋਚ ਕੇ, ਉਹਦੇ ਕੋਲ ਵਿਦਵਾਨ ਬੈਠੇ ਆ, ਉਹਨਾਂ ਕੋਲ ਜਿਹੜੇ ਬੁੱਧੀਜੀਵੀ ਵਰਗ ਦੇ ਲੋਕ ਬੈਠੇ ਨੇ, ਜਿਹੜੇ ਸਾਡੇ ਰਣਨੀਤੀ ਤੈਅ ਕਰਦੇ ਆ। ਉਹ ਐਵੇਂ ਨਹੀਂ ਦੇਸ਼ 'ਤੇ ਰਾਜ ਕਰਨ ਦੇ। ਉਹਨਾਂ ਵਿਦਵਾਨਾਂ ਦੇ ਮੁਤਾਬਕ ਜਿਹੜਾ ਅਸੀਂ ਬੀਜੇਪੀ ਕੰਮ ਕਰ ਰਹੀ ਹੈ। ਅਤੇ ਹੁਣ ਉਹਨਾਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਬੇਅਦਬੀ ਨੂੰ ਲੈ ਕੇ ਅੱਜ ਬਾਦਲ ਅਕਾਲੀ ਦਲ ਹਾਸ਼ੀ 'ਤੇ ਚਲਾ ਗਿਆ ਅਤੇ ਸਾਨੂੰ ਕੋਈ ਨਵਾਂ ਸਾਥੀ ਢੂੰਡਣਾ ਪਊਗਾ ਪੰਜਾਬ ਦੇ ਵਿੱਚ। ਹੁਣ ਉਹ ਢੀਂਡਸਾ ਸਾਹਿਬ ਨੂੰ ਜਿਹੜਾ ਉਹ ਅੱਗੇ ਕਰ ਰਹੇ ਵੀ ਤੁਸੀਂ ਢੀਂਡਸਾ ਸਾਹਿਬ ਅੱਗੇ ਲੱਗੋ ਅਤੇ ਪੰਜਾਬ ਦੇ ਵਿੱਚ ਕੋਈ ਅਕਾਲੀ ਦਲ ਇਹੋ ਜਿਹਾ ਸੁਰਜੀਤ ਕਰੋ ਵੀ ਜਿਹੜਾ ਅਸੀਂ ਆਉਣ ਵਾਲੀ ਇਲੈਕਸ਼ਨ ਜਿਹੜੀ 2022 'ਚ ਹੋਣੀ ਉਹਦੇ 'ਚ ਲਾਭ ਲੈ ਸਕੀਏ। ਇਸ ਕਰਕੇ ਮੈਂ ਮਹਿਸੂਸ ਕਰਦਾ ਵੀ ਇਹ ਅਕਾਲੀ ਦਲ ਬਣੇਗਾ, ਅੱਜ ਨਹੀਂ ਬਣੇਗਾ, ਕੱਲ੍ਹ ਨਹੀਂ ਬਣੇਗਾ, ਪਰਸੋਂ ਬਣੇਗਾ ਬੀਜੇਪੀ ਦੇ ਇਸ਼ਾਰਿਆਂ 'ਤੇ ਬਣੇਗਾ। ਉਹਨੂੰ ਬੀਜੇਪੀ ਦੇ ਅਕਾਲੀ ਦਲ ਇਕੱਲੀ ਤੋਂ ਕੋਈ ਕਥਨੀ ਨਹੀਂ ਹੋਊਗੀ। ਲੇਕਿਨ ਸੁਖਬੀਰ ਸਿੰਘ ਬਾਦਲ ਨੂੰ, ਜੇ ਸੁਖਬੀਰ ਸਿੰਘ ਬਾਦਲ ਦਾ ਪ੍ਰਧਾਨ ਤੇ ਲਗਭਗ ਬਣਨਾ ਤੈਅ। ਲੇਕਿਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਵਿੱਚੋਂ ਜਿਹੜੇ ਸੀ ਪੁਰਾਣੇ ਲੀਡਰ ਜਿਹੜੇ ਸੀ, ਹੰਡੇ ਵਰਤੇ ਲੀਡਰ ਸੀ, ਉਹਨਾਂ ਨੂੰ ਤਿਆਗ ਕੇ ਨਵੀਂ ਲੀਡਰਸ਼ਿਪ ਪੈਦਾ ਕੀਤੀ, ਜਿਸ 'ਚ ਬਿਕਰਮ ਸਿੰਘ ਮਜੀਠੀਆ ਜਿਹਦੇ ਬੜੇ ਸੰਗੀਨ ਦੋਸ਼ ਲੱਗੇ ਆ, ਨਸ਼ਿਆਂ ਦੇ ਤਸਕਰੀ ਦੇ, ਹੋਰ ਵੀ ਬੜੇ ਦੋਸ਼ ਲੱਗੇ ਨੇ ਉਹਨਾਂ 'ਤੇ, ਲੈਂਡ ਗ੍ਰੈਬਿੰਗ ਦੇ ਬੜੇ ਲੱਗੇ ਨੇ। ਮੈਂ ਤੁਹਾਨੂੰ ਇੱਕ ਗੱਲ ਕਰਨ ਲੱਗਿਆ ਇਹਨਾਂ ਦੀ ਵੀ ਅਕਾਲੀ ਦਲ ਦਾ ਕੰਮ ਸੀਗਾ ਗੁਰਮਤਿ ਸਿਧਾਂਤ ਦੀ ਰਾਖੀ ਕਰਨੀ ਅਤੇ ਗੁਰਦੁਆਰੇ ਜਿਹੜੇ ਮਹੰਤਾਂ ਕੋਲ ਛਡਾ ਕੇ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰਨੇ। ਇਹਦੇ ਵਾਸਤੇ ਆਇਆ ਸੀ ਵੀ ਜਿਹੜੀਆਂ ਗੁਰੂ ਘਰਾਂ ਦੀਆਂ ਜਾਇਦਾਦਾਂ ਦੀ ਰਾਖੀ ਕਰਨੀ। ਮਾਛੀਵਾੜੀ ਦੇ ਵਿੱਚ 24 ਏਕੜ ਜ਼ਮੀਨ ਜਿਹੜੀ ਗੁਰਦੁਆਰੇ ਦੇ ਨਾਂ ਹੈਗੀ, ਉਹ ਗੁਰਦੁਆਰੇ ਦੀ ਜ਼ਮੀਨ ਹੋਣ ਦੇ ਬਾਵਜੂਦ ਇਹਦੀ ਡਾਕੂਮੈਂਟਰੀ ਜਿਹੜੀ ਆ ਉਹ ਪੰਚਾਇਤ ਨਾਲ ਬੋਲਦੀ ਆ। ਪੰਚਾਇਤ ਤੋਂ ਨੋਟੀਫਾਈਡ ਏਡੀ ਕਮੇਟੀ ਕੋਲ ਚਲੀ ਗਈ ਅਤੇ ਜਿਹੜੇ ਸਾਡੇ ਹਰਚਰਨ ਸਿੰਘ ਮੁੱਖ ਸਕੱਤਰ ਇੱਥੇ ਆਏ ਸੀ, ਉਹਨੇ ਇੱਕ ਲੈਟਰ ਲਿਖੀ ਸੁਖਬੀਰ ਸਿੰਘ ਬਾਦਲ ਨੂੰ ਵੀ ਸੁਖਬੀਰ ਜੀ ਆਹ ਕੰਮ ਕਰੋ। ਮਿਲ ਕੇ ਵੀ ਗੱਲ ਕੀਤੀ, ਕਹਿੰਦੇ ਜੀ ਮੇਰੇ ਫਲਾਣੇ ਅਫਸਰ ਨੂੰ ਤੁਸੀਂ ਦੇ ਦਿਓ, ਅਸੀਂ ਕਰਦੇ ਹਾਂ। ਲੇਕਿਨ 10 ਸਾਲ ਸਰਕਾਰ ਰਹੀ ਆ ਅਕਾਲੀ ਦਲ ਦੀ, ਲੇਕਿਨ ਉਹ ਜ਼ਮੀਨ ਅੱਜ ਤੱਕ ਸਾਡੀ ਜਿਹੜੀ ਹੈ ਗੁਰਦੁਆਰੇ ਦੀ ਪ੍ਰਾਪਰਟੀ ਗੁਰਦੁਆਰੇ ਨਹੀਂ ਮਿਲੀ, ਜਿਹੜਾ ਕਿ ਅਕਾਲੀ ਦਲ ਦਾ ਮੁੱਢਲਾ ਫਰਜ਼ ਬਣਦਾ ਸੀ ਵੀ ਸਾਡੀ ਜਿਹੜੀ ਪ੍ਰਾਪਰਟੀ ਗੁਰਦੁਆਰੇ ਦੀ ਉਹ ਗੁਰਦੁਆਰੇ ਦੀ ਮਿਲਣੀ ਚਾਹੀਦੀ ਹੈ। ਦੂਸਰੀ ਗੱਲ, ਕੁਛ ਸਾਡੀਆਂ ਜਿਹੜੀਆਂ ਹੈਗੀਆਂ ਸੰਸਥਾਵਾਂ ਸੀਗੀਆਂ, ਕੁਛ ਸਾਡੀਆਂ ਜਿਹੜੀਆਂ ਜ਼ਮੀਨਾਂ ਸੀਗੀਆਂ, ਉਹਨਾਂ ਦੀ ਗਰਦੌਰੀ ਜਿਹੜੀ ਕੁਛ ਲੋਕਾਂ ਦੇ ਧੱਕੇ ਨਾਲ ਆਪਣੇ ਨਾਲ ਕਰਾਈ ਆ, ਗੁਰਦੁਆਰਿਆਂ ਦੀਆਂ ਗਰਦੌਰੀਆਂ। ਉਹ ਜਿਹੜਾ ਲਗਾਨ ਜਿਹੜਾ ਦਿੰਦੇ ਆ, ਜਿਹੜਾ ਠੇਕਾ ਦਿੰਦੇ, ਉਹ ਬਹੁਤ ਥੋੜ੍ਹਾ ਦਿੰਦੇ ਆ। ਅਤੇ ਉਹਦੇ ਬਾਰੇ ਵਿੱਚ ਚਰਨ ਸਿੰਘ ਵਰਗੇ ਪੱਤਰ ਲਿਖਿਆ ਸੀ ਔਰ ਮਿਲ ਕੇ ਵੀ ਕਿਹਾ ਸੀ। ਸਰਦਾਰ ਬਿਕਰਮ ਸਿੰਘ ਮਜੀਠੀਆ ਜਦੋਂ ਮਾਲ ਮੰਤਰੀ ਸੀਗੀ, ਉਹਨਾਂ ਕਹਿੰਦੇ ਅਸੀਂ ਕਰਾਂਗੇ। ਲੇਕਿਨ ਬਿਕਰਮ ਸਿੰਘ ਮਜੀਠੀਆ ਨੇ ਵੀ ਉਹਦੇ 'ਤੇ ਕੋਈ ਪੂਰਨ ਨਹੀਂ ਪਾਏ ਅਤੇ ਅੱਜ ਵੀ ਉਹ ਜ਼ਮੀਨ ਸਾਡੀ ਜਿਹੜੀ ਆ ਉਹ ਨਜਾਇਜ਼ ਕਬਜ਼ਾ ਕੀਤਾ ਹੋਇਆ ਗੁਰੂ ਦੇ ਘਰ ਦੀ ਜ਼ਮੀਨ ਦੇ ਉੱਤੇ। ਅਤੇ ਅਕਾਲੀ ਦਲ ਤੇ ਜਿਹੜਾ ਉਹ ਆਪਣੇ ਅਸਲੀ ਆਸ਼ੇ ਤੋਂ ਬਹੁਤ ਦੂਰ ਜਾ ਚੁੱਕਾ ਵਾ।
ਤੇ ਜਿਹੜੇ ਢੀਂਡਸਾ ਸਾਹਿਬ ਆ, ਸ਼ੇਖਵਾ ਸਾਹਿਬ ਆ, ਬ੍ਰਹਮਪੁਰਾ ਸਾਹਿਬ ਆ, ਰਵਿੰਦਰੋਂ ਕਹਿੰਦੇ ਵੀ ਜਿਹੜਾ ਪੰਥਕ ਅਕਾਲੀ ਦਲ ਪੰਥਕ ਸਫਾ ਦੇ ਕੰਮ ਕਰਨ ਵਾਲਾ ਸੀ, ਉਸ ਅਕਾਲੀ ਦਲ ਦੀ ਬੁਨਿਆਦ ਜਿਹੜੀ ਦੁਬਾਰਾ ਰੱਖਣੀ ਚਾਹੁੰਦੇ ਆ, ਉਹਨੂੰ ਉਸੇ ਤਰੀਕੇ ਨਾਲ ਕੰਮ ਕਰਨ ਦੀ ਗੱਲ ਕਰਦੇ ਆ। ਅਗਲੀ ਗੱਲ ਮੈਂ ਦੱਸ ਦਿਆਂ, ਸੁਖਬੀਰ ਸਿੰਘ ਬਾਦਲ ਹੋਰੀ ਕੱਲ੍ਹ ਪ੍ਰਧਾਨ ਬਣ ਜਾਣਗੇ, ਕੋਈ ਸ਼ੱਕ ਨਹੀਂ। ਲੇਕਿਨ 20 ਤਰੀਕ ਨੂੰ ਜਿਹੜੀ ਹਰਿਆਣਾ ਦੀ ਕੋਰਟ ਆ, ਜਾਲੀ ਸੰਵਿਧਾਨ ਬਣਾਉਣ ਦੇ ਮਾਮਲੇ ਦੇ ਵਿੱਚ, 2 ਸੰਵਿਧਾਨ ਬਣਾਉਣ ਦੇ ਮਾਮਲੇ ਦੇ ਵਿੱਚ ਇਹਨਾਂ ਨੂੰ ਤਲਬ ਕੀਤਾ ਵਾ, ਜਿਹਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਡਾਕਟਰ ਦਲਜੀਤ ਸਿੰਘ ਚੀਮਾ। ਤੇ ਮੇਰੀ ਇਨਫੋਰਮੇਸ਼ਨ ਇਹ ਆ ਵੀ ਡਾਕਟਰ ਚੀਮੇ ਨੇ ਆਪਣੀ ਜਿਹੜੀ ਆ ਇੰਟਰਮ ਬਿੱਲ ਕਰਾ ਲਈ ਆ, ਇਹ ਦੂਜਾ ਨਹੀਂ ਕਰਾਈ। ਹਾਈ ਕੋਰਟ ਗਏ ਸੀ ਵੀ ਇਹ ਕੇਸ ਜਿਹੜਾ ਵਾ ਕਵੈਸ਼ ਕੀਤਾ ਜਾਵੇ, ਲੇਕਿਨ ਹਾਈ ਕੋਰਟ ਨੇ ਮਨਾ ਕਰਤਾ। ਹੁਣ 20 ਜਨਵਰੀ ਨੂੰ ਜਾ ਕੇ ਇਹਨਾਂ ਨੂੰ ਉੱਥੇ 20 ਜਨਵਰੀ ਜਾ ਕੇ 20 ਤਰੀਕ ਨੂੰ ਪੇਸ਼ ਹੋਣਾ ਪਊਗਾ ਉੱਥੇ। ਜੇ 20 ਤਰੀਕ ਨੂੰ ਪੇਸ਼ ਨਹੀਂ ਹੁੰਦੇ ਤੇ ਇਹਨਾਂ ਦੇ ਜਿਹੜੇ ਆ ਬੇਲੇਬਲ ਜਾਂ ਨੌਨ ਬੇਲੇਬਲ ਵਾਰੰਟ ਵੀ ਨਿਕਲ ਸਕਦੇ ਆ। ਤੇ ਪਹਿਲੀ ਵਾਰੀ ਕਿਸੇ ਹੇਰਾਫੇਰੀ ਦੇ ਕੇਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਦੇ ਵਾਰੰਟ ਜਾਰੀ ਹੋਣਗੇ, ਪ੍ਰਧਾਨ ਬਣ ਜਾਣਗੇ। 2 ਸਮਾਗਮ ਹੋ ਰਹੇ ਆ, 2 ਸਥਾਪਨਾ ਸਮਾਗਮ ਹੋ ਰਹੇ ਆ। ਹੁਣ ਇਹਨਾਂ 'ਚ ਕੌਣ ਬਾਜੀ ਮਾਰਦਾ ਵਾ, ਇਹ ਆਉਣ ਵਾਲੇ ਸਮੇਂ ਦੀ ਭਵਿੱਖ ਦੀ ਬੁੱਕਲ ਦੇ ਛੁਪਿਆ ਜੀ। ਪੱਟੀ ਸਾਹਿਬ, ਗੱਲ ਕਰਾਂ ਅਗਲੀ ਖਬਰ ਦੀ ਤਾਂ ਜੱਗੂ ਭਗਵਾਨਪੁਰੀਏ ਦੀ ਗੱਲ ਕਰੀਏ ਤਾਂ ਪਹਿਲਾਂ ਚਰਚਾ ਦੇ ਵਿੱਚ ਇਸ ਕਰਕੇ ਰਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਤੇ ਬਿਕਰਮਜੀਤ ਸਿੰਘ ਮਜੀਠੀਆ ਜਿਹੜੇ ਆ ਉਹ ਆਮੋ ਸਾਹਮਣੇ ਸੀ। ਉਹ ਕਹਿੰਦੇ ਸੀ ਤੇਰਾ ਗੈਂਗਸਟਰ ਆ, ਉਹ ਕਹਿੰਦੇ ਸੀ ਨਹੀਂ ਤੇਰਾ ਗੈਂਗਸਟਰ ਆ। ਦੋਨੋਂ ਇੱਕ ਦੂਜੇ ਦੇ ਉੱਤੇ ਇਹ ਦੋਸ਼ ਲਾਉਂਦੇ ਰਹੇ। ਹੁਣ ਜੱਗੂ ਭਗਵਾਨਪੁਰੀਏ ਨੇ ਇਹ ਗੱਲ ਕਲੀਅਰ ਕਰ ਦਿੱਤੀ ਆ ਵੀ ਨਾ ਤਾਂ ਮੈਂ ਸੁਖਜਿੰਦਰ ਰੰਧਾਵੇ ਦੇ ਨਾਲ ਮੇਰਾ ਕੋਈ ਲਿੰਕ ਹੈ ਤੇ ਨਾ ਹੀ ਬਿਕਰਮਜੀਤ ਸਿੰਘ ਮਜੀਠੀਆ ਦੇ ਨਾਲ, ਤੇ ਮੇਰੀ ਜਾਨ ਨੂੰ ਜੇਲ੍ਹ ਦੇ ਵਿੱਚ ਖਤਰਾ ਆ। ਸੋ ਹਾਈ ਕੋਰਟ ਜੱਗੂ ਭਗਵਾਨਪੁਰੀਆ ਗਿਆ ਆ। ਇਹ ਸਮੁੱਚੀ ਜਿਹੜੀ ਖਬਰ ਆ ਗੈਂਗਸਟਰਾਂ ਨੂੰ ਜੇਲ੍ਹ ਦੇ ਵਿੱਚ ਕੀ ਖਤਰਾ ਸਤਾ ਰਿਹਾ ਕਿ ਪੁਲਿਸ ਕਿਤੇ ਉਹਨਾਂ ਦਾ ਮੁਕਾਬਲਾ ਬਣਾ ਕੇ ਐਨਕਾਊਂਟਰ ਨਾ ਕਰ ਦੇਵੇ, ਉਹਨਾਂ ਨੂੰ ਮਾਰ ਨਾ ਦੇਵੇ। ਜਦੋਂ ਇੱਕ ਡਰਾਮਾਈ ਤਰੀਕੇ ਨਾਲ ਜੱਗੂ ਨੂੰ ਫੜਿਆ ਗਿਆ ਸੀਗਾ, ਉਦੋਂ ਫੜਿਆ ਕਿੱਥੋਂ ਗਿਆ ਸੀਗਾ? ਮਜੀਠੇ ਵਿਧਾਨ ਸਭਾ ਹਲਕੇ ਦੇ ਵਿੱਚੋਂ। ਉਹਨੂੰ ਗੋਲੀ ਮਾਰੀ ਜਾ ਸਕਦੀ ਸੀ। ਇੱਕ ਡਰਾਮਾ ਕੀਤਾ ਗਿਆ ਸੀ, ਫੜਨ ਕੇ ਜੀ ਘੇਰਾ ਪਾ ਲਿਆ, ਫਲਾਣਾ ਕਰ ਲਾ, ਇੱਧਰ ਕੱਚ ਲਗੀ, ਇੱਧਰ ਕੱਚ ਲਗੀ, ਕੋਈ ਗੋਲੀ ਨਹੀਂ ਚੱਲੀ, ਬੰਦਾ ਫੜਿਆ ਗਿਆ। ਬੰਦਾ ਫੜ ਕੇ ਜੇਲ੍ਹ 'ਚ ਦੇ ਦਿੱਤਾ। ਅਤੇ ਜਿੰਨਾ ਚਿਰ ਉਹ ਰਿਹਾ ਵਾ ਪਹਿਲਾਂ, ਉਸ ਤੋਂ ਪਹਿਲਾਂ ਜੱਗੂ ਉਹ ਮੋਸਟਲੀ ਵਿਧਾਨ ਸਭਾ ਹਲਕਾ ਮਜੀਠਾ 'ਚ ਰਿਹਾ ਵਾ ਵੀ ਤੈਨੂੰ ਉੱਥੇ ਕੋਈ ਨਹੀਂ ਪੁੱਛਦਾ। ਅੱਜ ਦੀ ਡੇਟ ਦੇ ਵਿੱਚ ਜੇ ਆਪਾਂ ਸੁੱਖੀ ਰੰਧਾਵੇ ਦੀ ਗੱਲ ਕਰ ਲਈਏ ਵੀ ਸੁੱਖੀ ਰੰਧਾਵੇ ਨੂੰ ਸਪਸ਼ਟ ਕਰਨਾ ਪਊ ਜਿਹੜਾ ਭਗਵਾਨਪੁਰਾ ਪਿੰਡ ਆ ਉਹਦੇ ਵਿੱਚ ਜੱਗੂ ਦੀ ਮਾਂ ਸਰਪੰਚ ਕਿਵੇਂ ਬਣੀ। ਜੇ ਕਿਤੇ ਇਹ ਪੜਤਾਲ ਹਾਈ ਕੋਰਟ ਦਾ ਜੱਜ ਨਿਰਪੱਖ ਕੋਈ ਕਰ ਦੇਵੇ ਤੇ ਇਹ ਦੋਵੇਂ ਦੋਸ਼ੀ ਪਾਏ ਜਾਣਗੇ, ਦੋਵਾਂ ਦੇ ਸਬੰਧ ਉਹਦੇ ਨਾਲ ਰਹੇ। ਅੱਜ ਇਹਨਾਂ ਦੀ ਬਿਆਨਬਾਜ਼ੀ ਦੁਖੀ ਹੋ ਕੇ ਉਹਨੂੰ ਮਹਿਸੂਸ ਹੋਣ ਲੱਗਾ ਵੀ ਮੇਰਾ ਇਹ ਐਨਕਾਊਂਟਰ ਕਰ ਸਕਦੇ ਆ। ਉਹਨੇ ਹਾਈ ਕੋਰਟ ਦੀ ਪਟੀਸ਼ਨ ਪਾਈ ਵੀ ਮੈਨੂੰ ਜੇਲ੍ਹ ਦੇ ਵਿੱਚ ਇੱਕ ਛੋਟੇ ਜਿਹੇ ਕਮਰੇ 'ਚ ਇੱਕ ਨੁੱਕਰ ਦੇ ਵਿੱਚ ਜਿਹੜਾ ਬੰਦ ਕੀਤਾ ਵਾ ਅਤੇ ਮੇਰੀ ਆਜ਼ਾਦੀ ਸਾਰੀ ਖੋਈ ਗਈ ਆ। ਮੈਨੂੰ ਉੱਥੇ ਬਾਹਰ ਘੁੰਮਣ ਨਹੀਂ ਦਿੱਤਾ ਜਾਂਦਾ, ਮੈਨੂੰ ਮਿਲ ਨਹੀਂ ਦਿੱਤਾ ਜਾਂਦਾ ਅਤੇ ਮੇਰੀ ਜਿਹੜੀ ਆ ਜਾਨ ਨੂੰ ਖਤਰਾ, ਮੈਨੂੰ ਕਿਸੇ ਵੇਲੇ ਮਾਰ ਸਕਦੇ ਆ। ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਵੀ ਜਿਹੜਾ ਬਾਬਾ ਪੂਲਾ ਸੀਗਾ ਉਹਨੂੰ ਵੀ ਅੰਦਰ ਮਾਰਿਆ ਗਿਆ ਸੀ ਉੱਤੇ ਤੇਲ ਪਾ ਕੇ। ਉਹ ਆ ਕੇ ਬਿਆਨ ਤੇ ਪ੍ਰੈਸ ਨੂੰ ਦਿੱਤੇ, ਬਿਆਨ ਦਿੱਤੇ, ਲੇਕਿਨ 3 ਦਿਨ ਬਾਅਦ ਜਿਹੜੀ ਸੀ ਉਹਦੀ ਡੈਥ ਹੋ ਗਈ ਸੀਗੀ। ਇਸ ਕਰਕੇ ਜੱਗੂ ਭਗਵਾਨਪੁਰੀਏ ਨੇ ਜਿਹੜਾ ਸੀ ਇਹ ਸ਼ੰਕਾ ਜ਼ਾਹਰ ਕੀਤੀ ਹੈ ਵੀ ਉਹਦੇ ਤਾਂ ਮੁਕਾਬਲਾ ਬਣਾਇਆ ਜਾ ਸਕਦਾ, ਉਹਨੂੰ ਭੱਜਣ ਦੇ ਮੌਕੇ ਦਿੱਤੇ ਜਾ, ਤੂੰ ਭਾਜਾ ਕੋਈ ਗੱਲ ਨਹੀਂ, ਤੇਰੀ ਆਵਾਜ਼ ਨੂੰ ਕਿਵੇਂ ਦਾ ਵੀ ਭਾਜਾ ਵੀ ਤੇਰੇ ਤੇ ਮੁੜ ਕੇ ਅਸੀਂ ਜਿਹੜਾ ਸੀ ਉਹ ਆਪੇ ਤੈਨੂੰ ਬਾਹਰ ਤੇਰਾ ਮੁਕਾਬਲਾ ਬਣਾ ਦਿਆਂਗੇ ਅਸੀਂ। ਅਤੇ ਉਹਨੇ ਕਿਹਾ ਮੇਰੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ। ਹੁਣ ਹਾਈ ਕੋਰਟ ਨੇ ਇਹਨਾਂ ਨੂੰ ਤਲਬ ਕੀਤਾ ਵਾ ਸਰਕਾਰ ਨੂੰ, ਵੇਖੋ ਸਰਕਾਰ ਕੀ ਜਵਾਬ ਦਿੰਦੀ। ਲੇਕਿਨ ਸੁੱਖੀ ਰੰਧਾਵੇ ਨੇ ਕਹਿ ਦਿੱਤਾ ਵੀ ਜੇਲ੍ਹ ਦੇ ਵਿੱਚ ਕਿਸੇ ਵੀ ਕੈਦੀ ਦੀ ਜਾਨ ਨੂੰ ਕੋਈ ਖਤਰਾ ਨਹੀਂ, ਪੂਰੀ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ। ਲੇਕਿਨ ਇਹਦੀ ਜੇ ਜਾਂਚ ਹੋਵੇ ਤਾਂ ਮੈਂ ਸੋਚਦਾ ਵੀ ਦੋਵੇਂ ਇੱਕੋ ਥਾਲੀ ਦੇ ਚੱਟੇ ਵੱਟੇ ਨੇ। ਜੱਗੂ ਦਾ ਉਹਦੇ ਵੀ ਸਬੰਧ ਆ ਅਤੇ ਉਹਦੇ ਵੀ ਸਬੰਧ ਆ। ਜੱਗੂ ਦੇ ਅੰਦਰੋਂ ਅੱਜ ਵੀ ਫੋਨ ਆਉਂਦੇ, ਲੋਕਾਂ ਨੂੰ ਧਮਕੀਆਂ ਭਰੇ ਵੀ ਆਉਂਦੇ, ਫਰੋਤ ਵੀ ਮੰਗਦੇ, ਸਭ ਕੁਛ ਮੰਗਦੇ ਆ। ਉਦੋਂ ਕਿੱਥੇ ਗਏ ਹੁੰਦੇ ਜਦੋਂ ਲੋਕ ਜਾ ਕੇ ਦੱਸਦੇ ਆ, ਉਹ ਕਿਤੇ ਚੁੱਪ ਕਰੋ ਯਾਰ ਕੋਈ ਗੱਲ ਨਹੀਂ, ਕਰਨਾ ਗੱਲ ਇੱਦਾਂ ਗੱਲ ਕਰਕੇ ਟਾਲ ਦਿੰਦੇ ਆ। ਇਸ ਕਰਕੇ ਉਹਨੇ ਆਪਣੀ ਸੁਰੱਖਿਆ ਦੀ ਮੰਗ ਕੀਤੀ ਹੈ। ਹੁਣ ਹਾਈ ਕੋਰਟ ਉਹਦੇ 'ਤੇ ਕੀ ਫੈਸਲਾ ਲੈਂਦੀ ਆ ਇਹ ਤਾਂ ਹੁਣ ਬਾਅਦ 'ਚ ਪਤਾ ਲੱਗੇਗਾ ਜੀ। ਪੱਟੀ ਸਾਹਿਬ, 22 ਦਸੰਬਰ ਨੂੰ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਵੀ ਪੇਸ਼ ਹੋਣ ਲਈ ਕਿਹਾ ਗਿਆ ਹੈ 5 ਮੈਂਬਰੀ ਜਾਂਚ ਕਮੇਟੀ ਦੇ ਅੱਗੇ। ਉਹ ਕਿਹੜੀ ਜਾਂਚ ਕਮੇਟੀ ਆ ਜਿਸ ਦੇ ਅੱਗੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਪੇਸ਼ ਹੋਣਾ ਆ ਅਤੇ ਮਾਮਲਾ ਕੀ ਹੈ? ਇਹ 5 ਮੈਂਬਰੀ ਕਮੇਟੀ ਬਣਾਈ ਜੀ, ਕੋਈ ਪਟਿਆਲਾ ਯੂਨੀਵਰਸਿਟੀ ਤੋਂ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ, ਇੱਕ ਅੰਮ੍ਰਿਤਸਰ ਤੋਂ ਸਾਡੇ ਇੰਦਰਜੀਤ ਗੋਗੋ ਜੀ, ਇੱਕ ਹਰਪ੍ਰੀਤ ਕੌਰ ਹੈਗੀ, ਇੱਕ ਪਰਮਜੀਤ, 5 ਜਣੇ ਬੰਦੇ ਹੈਗੇ ਨੇ। ਅਤੇ ਜਿਹੜਾ ਨੇ ਕੋਆਰਡੀਨੇਟਰ ਚਮਕੌਰ ਸਿੰਘ ਆ, ਉਹਨਾਂ ਨੇ ਚਿੱਠੀ ਲਿਖੀ ਆ ਬਾਬੇ ਢੱਡਰੀਆਂ ਵਾਲੇ ਨੂੰ, ਭਾਈ ਰਣਜੀਤ ਸਿੰਘ ਨੂੰ, ਭਾਈ ਤੁਹਾਨੂੰ ਤੁਸੀਂ 22 ਤਰੀਕ ਨੂੰ ਆ ਕੇ ਗੁਰਦੁਆਰਾ ਦੁੱਖ ਨਿਵਾਰਨ ਪਟਿਆਲਾ ਆ ਕੇ ਪੇਸ਼ ਹੋ, ਇੱਥੇ ਆਪਣਾ ਪੱਖ ਰੱਖੋ ਤੁਸੀਂ ਆ ਕੇ।
ਪਹਿਲੀ ਗੱਲ ਤੇ ਜਹੇਦਾਰ ਅਕਾਲ ਤਖਤ ਨੇ ਇਹ ਗੱਲ ਕਹੀ ਸੀ ਵੀ ਜਿੱਦਾਂ ਵੀ ਉਹਨੂੰ ਚੰਗਾ ਲੱਗਦਾ ਵਾ, ਜਿੱਦਾਂ ਵੀ ਉਹਨੂੰ ਸਹੂਲਤ ਆ ਬਾਬੇ ਨੂੰ, ਤੁਸੀਂ ਉਸ ਤਰੀਕੇ ਨਾਲ ਜਾਓ ਵੀ ਤੁਸੀਂ ਉਹਦੇ ਜਾ ਕੇ ਦਰਬਾਰ ਜਾ ਕੇ ਜਿੱਥੇ ਲਾਉਂਦਾ, ਆਪਣਾ ਦਰਬਾਰ ਲਾਉਂਦਾ, ਜਿੱਥੇ ਤੱਕ ਘਰ ਆ ਉੱਥੇ ਜਾ ਕੇ ਪੁੱਛ ਪੜਤਾਲ ਕਰ ਸਕਦੇ ਹੋ। ਲੇਕਿਨ ਉਹਨਾਂ ਨੇ ਇੱਕ ਕਾਮਨ ਥਾਂ ਰੱਖ ਲਈ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ। ਝਗੜਾ ਇਹ ਨਹੀਂ, ਝਗੜਾ ਇਹ ਆ ਵੀ ਬਾਬਾ ਜਿਹੜਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ, ਉਹ ਪਹਿਲਾਂ ਬਾਬਾ ਹੁੰਦਾ ਸੀ, ਉਹ ਬਾਬਿਆਂ ਦੇ ਪੈਟਰਨ 'ਤੇ ਕੀਰਤਨ ਕਰਦਾ ਸੀ, ਧਾਰਾ ਲਾਉਂਦਾ, ਸਭ ਕੁਝ ਹੁੰਦਾ ਸੀ। ਜਦੋਂ ਉਹਨੇ ਅਸਲੀਅਤ ਨੂੰ ਪਛਾਣਿਆ ਤਾਂ ਉਹਨੇ ਆਪਣੀਆਂ ਗਲਤੀਆਂ ਦੀ ਮਾਫੀ ਵੀ ਮੰਗੀ। ਅੱਜ ਉਹ ਗੁਰੂ ਦੀ ਗੱਲ ਕਰਦਾ, ਗੁਰੂ ਸ਼ਬਦ ਦੀ ਗੱਲ ਕਰਦਾ, ਲੇਕਿਨ ਸਾਡੇ ਜਿਹੜੇ ਸਾਧ ਲਾਲੇ ਨੂੰ ਉਹ ਚੰਗਾ ਨਹੀਂ ਲੱਗ ਰਿਹਾ। ਉਹਨਾਂ ਨੇ, ਤੁਹਾਨੂੰ ਪਤਾ, ਦਮਦੀਪ ਟਕਸਾਲ ਨੇ ਇੱਕ ਵਾਰੀ ਪਿੱਛੇ ਜੇ ਇਹਨਾਂ ਦਾ ਬੰਦਾ ਵੀ ਮਾਰਤਾ ਸੀਗਾ, ਫਿਰ ਦਮਦੀਪ ਟਕਸਾਲ ਦੇ ਬੰਦਿਆਂ ਜ਼ਿੰਮੇਵਾਰੀ ਵੀ ਲਈ ਸੀ, ਉਹ ਫੜੇ ਵੀ ਗਏ, ਅੱਜ ਵੀ ਅੰਦਰ ਹੈਗੇ ਆ। ਇਸ ਕਰਕੇ ਮੈਂ ਸੋਚਦਾ ਵੀ ਜੇ ਅਸੀਂ ਕਿਸੇ ਨੂੰ ਜੀਵਨ ਦੇ ਨਹੀਂ ਸਕਦੇ, ਸਾਨੂੰ ਉਹਦਾ ਜੀਵਨ ਲੈਣ ਦਾ ਕੋਈ ਅਧਿਕਾਰ ਨਹੀਂ। ਅਤੇ ਜਿਹੜਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ, ਉਹਨਾਂ ਨੇ ਕਿਹਾ ਤੁਸੀਂ ਮੈਨੂੰ ਪੰਥ ਤੋਂ ਛਕਣਾ ਛੇਕ ਦਿਓ। ਅੱਜ ਮੈਂ ਥੋੜ੍ਹੇ ਦੇਰ ਨਾਲ ਹੋਰ ਜੋੜ ਦਿਆਂ, 2014 ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਸੀ ਲੋਕ ਸਭਾ, ਉਦੋਂ 183 ਕ੍ਰਿਮੀਨਲ ਬੰਦੇ ਸਾਡੇ ਪਾਰਲੀਮੈਂਟ 'ਚ ਗਏ ਸੀਗੇ, ਜਿਨ੍ਹਾਂ ਦੇ ਖਿਲਾਫ ਬਲਾਤਕਾਰ ਦੇ, ਡਾਕੇ ਦੇ, ਕਤਲ ਦੇ ਮੁਕੱਦਮੇ ਸੀਗੇ। ਅਤੇ 2019 ਦੇ ਵਿੱਚ ਉਹਨਾਂ ਦੀ ਗਿਣਤੀ ਵੱਧ ਕੇ 233 ਹੋ ਗਈ ਆ, ਅਤੇ 2024 ਦੇ ਵਿੱਚ ਜੇ ਕਿਤੇ ਉਹਨਾਂ ਦੀ ਗਿਣਤੀ 275 ਹੋ ਜਾਂਦੀ ਆ, ਅਤੇ ਜਿਹੜੀ ਜਾਦੂਈ ਅੰਕੜਾ ਹੈਗਾ ਉਹ ਹੈਗਾ 272 ਦਾ। ਇਹਦਾ ਮਤਲਬ ਫਿਰ ਕ੍ਰਿਮੀਨਲਾਂ ਦੀ ਸਰਕਾਰ ਬਣੇਗੀ। ਇੱਥੇ ਵੀ ਮੈਂ ਸੋਚ ਲਈ ਵੀ ਜੇ ਕੱਢਣ ਕਢਾਉਣ ਦੀ ਪਰੰਪਰਾ ਇੱਦਾਂ ਜਾਰੀ ਰਹੀ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਕੱਢਿਆਂ ਦੀ ਜਿਹੜੀ ਆ ਉਹ ਗਿਣਤੀ ਵੱਧ ਜਾਏਗੀ, ਅਤੇ ਜਿਹੜੇ ਆਪਣੇ ਨੂੰ ਪੰਥਕ ਖਵਾਉਂਦੇ ਉਹਨਾਂ ਦੀ ਗਿਣਤੀ ਘਟ ਜਾਏਗੀ। ਇਸ ਕਰਕੇ ਕੱਢਣ ਕਢਾਉਣ ਦੇ ਮਾਮਲੇ 'ਚ ਨਹੀਂ ਬਣਨਾ ਚਾਹੀਦਾ। ਜੇ ਕਿਤੇ ਉਹ ਭਾਈ ਗਲਤੀ ਕਰਦਾ ਵਾ, ਉਹਦੇ ਮਗਰ ਦੁਨੀਆ ਵਾ, ਉਹ ਪ੍ਰਚਾਰ ਕਰਦਾ ਵਾ, ਗੁਰੂ ਸ਼ਬਦ ਦੀ ਗੱਲ ਕਰਦਾ ਵਾ, ਅਤੇ ਜਾ ਕੇ ਉਹਨੂੰ ਸਮਝਾਇਆ ਜਾ ਸਕਦਾ ਵਾ, ਡੰਡੇ ਦੇ ਜ਼ੋਰ ਨਾਲ ਨਹੀਂ, ਪਿਆਰ ਨਾਲ ਗੱਲ ਕੀਤੀ ਜਾ ਸਕਦੀ ਆ। ਕਿੰਨਾ ਚੰਗਾ ਹੁੰਦਾ ਜੇ ਜਹੇਦਾਰ ਅਕਾਲ ਤਖਤ ਆਪ ਉਹਦੇ ਡੇਰੇ ਜਾ ਕੇ ਉਹਨਾਂ ਗੱਲਬਾਤ ਕਰਦੇ ਵੀ ਤੁਸੀਂ ਆਹ ਗਲਤ ਕਰ ਰਹੇ ਹੋ, ਇਹ ਤਾਂ ਸਹੀ ਕਰ ਲਓ। ਤੁਸੀਂ ਜਿਹੜਾ ਧਰਮ ਹੈ ਜੀ, ਧਰਮ ਨਾਲ ਲੋਕ ਭਾਵਨਾ ਨਾਲ ਅਤੇ ਪਿਆਰ ਨਾਲ ਜੁੜਦੇ ਆ, ਧੱਕੇ ਨਾਲ ਨਹੀਂ। ਜੇ ਧੱਕੇ ਨਾਲ ਆਪਣੀ ਈਦ ਮਨਾਉਣ ਲੱਗੇ ਤਾਂ ਕਦੀ ਨਾ ਸਿੱਖਾਂ ਨੇ ਮੰਨੀ ਹੈ ਅਤੇ ਨਾ ਮੰਨਣੀ ਹੈ ਜੀ। ਭੱਟੀ ਸਾਹਿਬ, ਆਖਰੀ ਸਵਾਲ, ਪੰਜਾਬ ਦੇ ਕਿਸਾਨ ਜਿਹੜੇ ਆ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਜੇਕਰ ਪੰਜਾਬ ਦੇ ਕਿਸਾਨਾਂ ਨੇ ਝੋਨਾ ਅਤੇ ਕਣਕ ਬੀਜਣਾ ਨਾ ਬੰਦ ਕੀਤਾ ਤਾਂ ਆਉਂਦੇ ਸਾਲਾਂ ਦੇ ਵਿੱਚ ਪੰਜਾਬ ਜਿਹੜਾ ਕੈਂਸਰ ਦੀ ਰਾਜਧਾਨੀ ਬਣ ਜਾਏਗਾ। ਸੋ ਇਹ ਖਬਰ ਦੇ ਉੱਤੇ ਮੈਂ ਚਾਹੂੰਗਾ ਕਿ ਦਰਸ਼ਕਾਂ ਨਾਲ ਸਾਂਝ ਪਾਓ, ਚਾਨਣਾ ਪਾਓ ਕਿ ਕਿਵੇਂ ਕੈਂਸਰ ਦੀ ਰਾਜਧਾਨੀ ਪੰਜਾਬ ਜਿਹੜਾ ਉਹ ਬਣੇਗਾ। ਵਿਸ਼ਵ ਪ੍ਰਸਿੱਧ ਡਾਕਟਰ ਹੈਗੇ ਨੇ ਜੀ, ਸਿਹਤ ਸੇਵਾਵਾਂ ਦੇ ਨਾਲੇ ਸਾਰਾ ਕੰਮ ਕਰ ਰਹੇ ਨੇ, ਉਹ ਹੈਗੇ ਨੇ ਡਾਕਟਰ ਬਾਦਲਵਲੀ, ਖਾਦਰਵਲੀ। ਡਾਕਟਰ ਖਾਦਰਵਲੀ ਨੇ ਇੰਨੀ ਗੱਲ ਕਹੀ ਆ ਵੀ ਜਿਹੜੀ ਕਣਕ ਆ ਅਤੇ ਝੋਨਾ ਵਾ ਉਹ ਸਾਡੀ ਫਸਲ ਨਹੀਂ, ਪੰਜਾਬ ਦੀ ਫਸਲ ਨਹੀਂ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਜਿਹੜੀ ਕਣਕ ਅਤੇ ਝੋਨਾ ਤੁਸੀਂ ਖਾਂਦੇ ਹੋ, ਇਹਦੇ ਵਿੱਚ ਸ਼ੂਗਰ ਵੀ ਜ਼ਿਆਦਾ ਆ ਅਤੇ ਇਹਦੇ ਵਿੱਚ ਕੈਂਸਰ ਦੀ ਬਿਮਾਰੀ ਵੀ ਜਿਹੜੀ ਉਹ ਵੱਧ ਆ। ਜੇ ਤੁਸੀਂ ਇਸੇ ਤਰ੍ਹਾਂ ਹੀ ਆਪਣੀ ਕਣਕ ਤਰ੍ਹਾਂ ਗਾਉਂਦੇ ਰਹੇ, ਝੋਨਾ ਗਾਉਂਦੇ ਰਹੇ, ਅਤੇ ਆਉਣ ਵਾਲੇ ਸਮੇਂ ਤੁਹਾਨੂੰ ਤੁਹਾਡਾ ਖਰੀਦਦਾਰ ਕੋਈ ਨਹੀਂ ਮਿਲੇਗਾ। ਅੱਜ ਦੀ ਡੇਟ ਦੇ ਵਿੱਚ ਵੀ ਇੱਕ ਫਿਰੋਜ਼ਪੁਰ ਤੋਂ ਲੈ ਕੇ ਅਤੇ ਗੰਗਾ ਨਗਰ ਦੇ ਵਿਚਕਾਰ ਬੀਕਾਨੇਰ ਐਕਸਪ੍ਰੈਸ ਚੱਲਦੀ ਹੈ। ਉਹਨੂੰ ਬੀਕਾਨੇਰ ਐਕਸਪ੍ਰੈਸ ਦਾ ਨਾਂ ਹੀ ਅੱਜ ਕੱਲ੍ਹ ਕੈਂਸਰ ਐਕਸਪ੍ਰੈਸ ਪੈ ਗਿਆ ਵਾ, ਕਿਉਂਕਿ ਰਾਜਸਥਾਨ ਦੇ ਵਿੱਚ ਜਿਹੜੀ ਦਵਾਈ ਆ ਉਹ ਫ੍ਰੀ ਮਿਲਦੀ ਆ ਕੈਂਸਰ ਦੀ। ਇਸ ਕਰਕੇ ਮਾਲਵੇ ਦੇ ਵਿੱਚ ਕੈਂਸਰ ਨੇ ਬੜੀ ਬੁਰੀ ਤਰ੍ਹਾਂ ਪੈਰ ਪਸਾਰੇ ਆ, ਅਤੇ ਡਾਕਟਰ ਖਾਦਰਵਲੀ ਨੇ ਕਹਿ ਦਿੱਤਾ ਵੀ ਇਹ ਦੇਣ ਸਾਨੂੰ ਝੋਨੇ ਅਤੇ ਕਣਕ ਦੀ ਆ। ਰਹਿੰਦੀ ਖੁੰਦੀ ਅਸੀਂ ਪੈਸਟੀਸਾਈਡ ਅਤੇ ਖਾਦਾਂ ਪਾ ਕੇ ਜਿਹੜਾ ਅਸੀਂ ਹੋਰ ਬੇੜਾ ਗਰਕ ਕਰ ਲਿਆ, ਆਪਣਾ ਜ਼ਮੀਨ ਦਾ ਬੇੜਾ ਗਰਕ ਕੀਤਾ, ਆਪਣਾ ਬੇੜਾ ਗਰਕ ਕੀਤਾ, ਅਤੇ ਫਸਲ ਦਾ ਬੇੜਾ ਗਰਕ ਕੀਤਾ। ਉਹਨਾਂ ਕਿਹਾ ਵੀ ਝੋਨਾ ਜਿਹੜੀ ਫਸਲ ਉਹ ਬ੍ਰਹਮਪੁੱਤਰ ਬਿਹਾਰ ਬੰਗਾਲ ਦੀ ਆ, ਉੱਥੇ ਬੀਜਣ ਦਿਓ, ਜੇ ਖਾਣਾ ਕੋਈ ਖਾਵੇ। ਪੰਜਾਬ ਦੇ ਲੋਕਾਂ ਦੀ ਖੁਰਾਕ ਜਿਹੜੀ ਉਹ ਮੋਟਾ ਅਨਾਜ ਆ, ਜਿਹਦੇ ਵਿੱਚ ਛੋਲੇ ਆਉਂਦੇ ਆ, ਜੌਂ ਆਉਂਦੇ ਆ, ਜਿਹਦੇ ਵਿੱਚ ਮੱਕਾ ਆਉਂਦਾ, ਮੱਕੀ ਆਉਂਦੀ, ਬਾਜਰਾ ਆਉਂਦਾ, ਕੁਝ ਇਹ ਚੀਜ਼ਾਂ ਉਹਦੇ 'ਚ ਆਉਂਦੀਆਂ ਨੇ। ਅਤੇ ਜੇ ਤੁਸੀਂ ਇਹਦੇ ਨਾ ਕੀਤਾ ਤਾਂ ਆਉਣ ਵਾਲੇ ਤੁਹਾਡਾ ਖਰੀਦਦਾਰ ਹੀ ਕੋਈ ਨਹੀਂ ਰਹੇਗਾ, ਅਤੇ ਕਰੋ ਤੁਸੀਂ ਕੀ ਇੱਥੇ। ਦੂਸਰੇ ਪਾਸੇ ਜਿਹੜੀ ਝੋਨੇ ਦੀ ਫਸਲ ਆ ਉਹਨੂੰ ਉਪਜਾਊ ਬਣਾਉਣ ਵਾਸਤੇ, ਉਹਦੀ ਖੇਤੀ ਕਰਨ ਵਾਸਤੇ ਸਾਨੂੰ ਘੱਟੋ ਘੱਟ 1100-1200 ਘੰਟਾ ਬਿਜਲੀ ਚਾਹੀਦੀ ਆ, ਅਤੇ ਜਿਹੜੀ ਕਣਕ ਆ ਉਹਨੂੰ 70 ਘੰਟੇ ਚਾਹੀਦੀ ਆ। ਅਸੀਂ ਇਹ ਚਾਹੁੰਦੇ ਵੀ ਸਾਡੀਆਂ ਜਿਹੜੀਆਂ ਫਸਲਾਂ ਪੁਰਾਣੀਆਂ ਸੀਗੀਆਂ, ਜਿਵੇਂ ਕਣਕ ਸੀ, ਮੱਕੀ ਸੀ, ਗੰਨਾ ਸੀ, ਤੁਹਾਡੀ ਆਪਣੀ ਆ ਕਪਾਹ ਸੀ, ਨਰਮਾ ਸੀ, ਤੋਰੀਆ ਸੀ, ਜੇ ਅਸੀਂ ਉਹਨਾਂ 'ਤੇ ਆ ਜਾਈਏ ਸਾਡੀ ਜ਼ਮੀਨ ਵੀ ਬਾਜੂ ਅਤੇ ਸਾਡੇ ਸਰੀਰ ਵੀ ਬਚ ਜਾਣਗੇ। ਇਸ ਵਾਸਤੇ ਜ਼ਰੂਰੀ ਆ, ਅਤੇ ਡਾਕਟਰ ਵਲੀ ਨੇ ਜੋ ਕਿਹਾ ਵਾ ਉਹ 'ਤੇ ਸਾਨੂੰ ਗੌਰ ਕਰਨਾ ਚਾਹੀਦਾ, ਅਤੇ ਸਰਕਾਰਾਂ ਨੂੰ ਚਾਹੀਦਾ ਉੱਤੇ ਕੋਈ ਫੈਸਲਾ ਲੈਣ ਜੀ। ਬਿਲਕੁਲ। ਸੋ ਇਹ ਸਨ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਜੀ ਭੱਟੀ, ਜਿਨ੍ਹਾਂ ਨੇ ਪ੍ਰੋਗਰਾਮ ਕਰੰਟ ਅਫੇਅਰ ਦੇ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ
ਖਬਰਾਂ ਦੇ ਉੱਤੇ ਸਾਂਝ ਪਾਈ ਤੇ ਬੜੀਆਂ ਅਹਿਮ ਖਬਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ। ਸੋ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਹਾਡੇ ਤੋਂ ਆਗਿਆ ਚਾਹਾਂਗੇ। ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।